ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਡਾਕਟਰ ਗੁਰਮਹਿੰਦਰ ਸਿੰਘ ਬਾਜਵਾ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚ ਕਰਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰਨੀ ਦਲਬੀਰ ਕੌਰ ਬਾਜਵਾ, ਹਸਨਦੀਪ ਸਿੰਘ ਬਾਜਵਾ, ਚਮਨਦੀਪ ਸਿੰਘ ਬਾਜਵਾ, ਸਵਪਨਦੀਪ ਕੌਰ ਬਾਜਵਾ, ਰਵਨੀਤ ਕੌਰ, ਜਸਵਿੰਦਰਪਾਲ ਸਿੰਘ, ਸੌਰਭਵੀਰ ਸਿੰਘ ਬਾਜਵਾ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਬਹਾਦੁਰਗੜ੍ਹ ਪਟਿਆਲਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰ ਗੁਰਮਹਿੰਦਰ ਸਿੰਘ ਬਾਜਵਾ ਜੀ ਦਾ ਜਨਮ 1 ਅਕਤੂਬਰ 1951 ਨੂੰ ਪਿੰਡ ਘੋਗਰਾ, ਤਹਿਸੀਲ ਦਸੂਹਾ, ਹੁਸ਼ਿਆਰਪੁਰ ਵਿਖੇ ਪਿਤਾ ਸ਼੍ਰੀ ਫਕੀਰ ਚੰਦ ਬਾਜਵਾ ਜੀ ਦੇ ਘਰ ਮਾਤਾ ਬੀਬੀ ਕਰਤਾਰ ਕੌਰ ਹੁਣਾਂ ਦੀ ਕੁੱਖੋਂ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਸੁਗੜ, ਸਿਆਣੇ ਅਤੇ ਹੋਣਹਾਰ ਪ੍ਰਤਿਭਾ ਦੇ ਮਾਲਕ ਸਨ। ਮੁੱਢਲੀ ਸਿੱਖਿਆ ਆਪ ਜੀ ਨੇ ਦਸੂਹਾ ਤੋਂ, ਉਪਰੰਤ ਆਪ ਜੀ ਨੇ ਉਚੇਰੀ ਸਿੱਖਿਆ ਜਲੰਧਰ ਤੋਂ ਅਤੇ ਆਪਣੀ ਲਾਅ ਦੀ ਡਿਗਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹਾਸਿਲ ਕੀਤੀ। ਆਪ ਜੀ ਨੇ ਆਪਣੀ ਲਾਅ ਦੀ ਡਿਗਰੀ ਪਹਿਲੇ ਦਰਜੇ ਵਿੱਚ ਹਾਸਿਲ ਕੀਤੀ। ਸਰਦਾਰ ਬਾਜਵਾ ਜੀ ਨੇ ਆਪਣੀ ਨੌਕਰੀ ਦੀ ਸ਼ੁਰੂਆਤ ਸਨ 1977 ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬਤੌਰ ਲੈਕਚਰਰ ਕੀਤੀ। ਆਪ ਜੀ ਆਪਣੇ ਹਰ ਕੰਮ ਨੂੰ ਬਹੁਤ ਹੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕਰਿਆ ਕਰਦੇ ਸਨ। 18 ਸਾਲ ਸੇਵਾ ਕਰਨ ਤੋਂ ਬਾਅਦ 1995 ਵਿੱਚ ਪੰਜਾਬੀ ਯੂਨੀਵਰਸਿਟੀ ਵਿੱਚ ਡਾਇਰੈਕਟਰ IAS ਅਤੇ ਅਲਾਈਡ ਸਰਵਿਸਿਜ਼ ਟ੍ਰੇਨਿੰਗ ਸੈਂਟਰ ਵਜੋਂ ਸ਼ਾਮਿਲ ਹੋਏ। ਇਸ ਅਹੁਦੇ ਤੇ 16 ਸਾਲ ਸੇਵਾ ਕੀਤੀ ਅਤੇ ਆਖਰਕਾਰ 34 ਸਾਲ ਦੀ ਸ਼ਾਨਦਾਰ ਸੇਵਾ ਤੋਂ ਬਾਅਦ ਸਨ 2011 ਵਿੱਚ ਪੰਜਾਬੀ ਯੂਨੀਵਰਸਿਟੀ ਤੋਂ ਸੇਵਾ ਮੁਕਤ ਹੋਏ। ਆਪ ਜੀ ਦਾ ਵਿਆਹ ਸਰਦਾਰਨੀ ਦਲਬੀਰ ਕੌਰ ਬਾਜਵਾ ਜੀ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਦਾਰੀਆਂ ਬਖੂਬੀ ਨਿਭਾਈਆਂ। ਆਪ ਜੀ ਦੇ ਘਰ ਬੇਟੇ ਹਸਨਦੀਪ ਸਿੰਘ ਅਤੇ ਚਮਨਦੀਪ ਸਿੰਘ ਅਤੇ ਬੇਟੀ ਸਵਪਨਦੀਪ ਕੌਰ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੀ ਬੇਟੀ ਸਵਪਨਦੀਪ ਕੌਰ ਆਪਣੇ ਸਹੁਰੇ ਘਰੇ ਸਰਦਾਰ ਜਸਵਿੰਦਰਪਾਲ ਸਿੰਘ ਜੀ ਹੁਣਾਂ ਨਾਲ ਸੁਖੀ ਵਿਆਹਤਾ ਜੀਵਨ ਬਤੀਤ ਕਰ ਰਹੀ ਹੈ ਅਤੇ ਆਪ ਜੀ ਦੇ ਦੋਨੋਂ ਬੇਟੇ ਹਸਨਦੀਪ ਸਿੰਘ ਅਤੇ ਚਮਨਦੀਪ ਸਿੰਘ ਆਪੋ ਆਪਣੇ ਬਿਜ਼ਨਸ ਵਿੱਚ ਸੈੱਟ ਹਨ ਅਤੇ ਆਪਣੇ ਪਿਤਾ ਜੀ ਅਤੇ ਆਪਣੇ ਮਾਤਾ ਜੀ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਖੂਬ ਨਾਮਣਾ ਖੱਟ ਰਹੇ ਹਨ। ਰਿਟਾਇਰ ਹੋਣ ਉਪਰੰਤ ਸਰਦਾਰ ਬਾਜਵਾ ਨੇ ਵਿਦਿਆ ਨਗਰੀ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਬਾਜਵਾ ਇੰਸਟੀਚਿਊਟ ਆਫ ਕੰਪੀਟੀਟਿਵ ਐਗਜ਼ਾਮੀਨੇਸ਼ਨ ਖੋਲਿਆ ਅਤੇ ਆਪ ਜੀ ਦੀ ਯੋਗ ਅਗਵਾਈ ਅਧੀਨ 406 ਜੁਡੀਸ਼ੀਅਲ ਅਫਸਰ, 105 IAS ਅਫਸਰ ਅਤੇ 112 PCS ਅਫਸਰ ਪੈਦਾ ਹੋਏ। ਸਰਦਾਰ ਬਾਜਵਾ ਬਹੁਤ ਹੀ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚ ਲੈਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। ਆਪ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ। ਗਰੀਬਾਂ ਅਤੇ ਦੀਨ ਦੁਖੀਆਂ ਦੀ ਮਦਦ ਆਪ ਜੀ ਹਮੇਸ਼ਾ ਹੀ ਤਨੋਂ ਮਨੋਂ ਅਤੇ ਤਨੋਂ ਕਰਿਆ ਕਰਦੇ ਸਨ ਅਤੇ ਇਹੀ ਸੰਸਕਾਰ ਮੌਜੂਦਾ ਸਮੇਂ ਵਿੱਚ ਆਪ ਜੀ ਦੇ ਸਮੁੱਚੇ ਪਰਿਵਾਰ ਵਿੱਚੋਂ ਦੇਖੇ ਜਾ ਸਕਦੇ ਹਨ।
Kirupa
जन्म दुर्लभ है होत न मार्ग पार। जो फल पद पाके होए गिरा और न लागेगा। मानस जन्म दियो ते ठाकुर मानस जन्म दियो ठाकुर सो क्यों बिसरायो। मुक्त होत दरगाह जो पाली हर कसरे जो संगी है तेरो हर कसरे जो संगी है तेरो मुक्त होत मन में कौन कुमत राग भगत लगी मुक्त होत नर जाका मुक्त होत नर जाका निर्मुखला आको गायो।
ਕਹਿਤ ਕੇਤ ਕਰਤਾ ਮਨ ਨਾਨਕ ਕਹਿਤ ਕੇਤ ਕਰਤਾ ਮਨ ਹੋਏ ਹੈ ਅੰਤ ਸਹਾਈ ਹੋਏ ਹੈ ਅੰਤ ਸਹਾਈ ਨਾਰਾਇਣ ਸੁਤ ਲੇ ਨਾਰਾਇਣ ਸੁਤ ਲੇ ਪ੍ਰਾਨੀ ਨਾਰਾਇਣ ਸੁਤ ਲੇ ਨਾਰਾਇਣ ਸੁਤ ਲੇ ਪ੍ਰਾਨੀ ਨਾਰਾਇਣ ਸੁਤ ਲੇ ਨਾਰਾਇਣ ਸੁਤ ਲੇ ਨਾਰਾਇਣ ਸੁਤ ਲੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਰ ਰੱਖਾ ਆਪ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ ਜੀ। ਜਿਹਾ ਕੀਰੀ ਲਿਖਿਆ ਤਿਹਾ ਹੁਕਮ ਕਮਾਹੇ ਕੱਲੇ ਆਵੈ ਨਾਨਕਾ ਸਦੇ ਉੱਤੇ ਜਾਏ ਦੇ ਮਹਾਂਵਾਕਾਂ ਅਨੁਸਾਰ। ਡਾਕਟਰ ਜੀ.ਐਸ. ਬਾਜਵਾ ਜੀ ਆਪ ਜੀ ਦੁਆਰਾ ਬਖਸ਼ੀ ਸਵਾਸਾਂ ਰੂਪੀ ਪੂੰਜੀ ਨੂੰ ਸੰਸਾਰ ਤੇ ਖਰਚ ਕਰਦਿਆਂ ਭਾਣੇ ਅਨੁਸਾਰ ਅਕਾਲ ਕਲਾਣਾ ਕਰ ਗਏ ਸਤਿਗੁਰੂ ਜੀ ਆਪ ਉਹਨਾਂ ਦੀ ਮਿੱਟੀ ਤੇ ਨਿੱਗੀ ਰਾਹ ਦੇ ਅੰਦਰ ਰੂਹ ਦੇ ਕਲਿਆਣ ਵਾਸਤੇ ਆਤਮਕ ਸ਼ਾਂਤੀ ਲਈ ਪਾਵਨ ਹਜ਼ੂਰੀ ਵਿਖੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਆਨੰਦ ਸਾਹਿਬ ਦੇ ਗਾਇਨ ਹੋਏ। ਸਮੁੱਚੀ ਸੇਵਾ ਨਿਭਾਉਂਦਿਆਂ ਕੋਲੋਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ ਅੱਗੋਂ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਬਾਣੀ ਦਾ ਭਾਵ ਦਾਰੀਆਂ ਸੰਗਤਾਂ ਦੇ ਹਿਰਦਿਆਂ ਵਿਖੇ ਵਸਾਉਣਾ। ਦਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਚੱਲੇ ਕਰਮ ਸਵਾਸ ਲਿਖੇ ਲਾਉਣੇ। ਸਮੂਹ ਸੰਗਤ ਦੀ ਅਰਦਾਸ ਬੇਨਤੀ ਹੈ ਜੀ। ਅੰਮ੍ਰਿਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਵੋ ਸੱਜਣ ਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਵਿਛੜੀ ਰੂਹ ਨੂੰ ਸਦੀਵ ਕਾਲ ਲਈ ਚਰਨਾਂ ਵਿਖੇ ਨਿਵਾਸ ਬਖਸ਼ਿਸ਼ ਕਰਨਾ। ਆਵਾਗਾਉਣ ਦੇ ਚੱਕਰ ਤੋਂ ਬਚਾਉਣਾ। ਸੰਸਾਰ ਵਿੱਚ ਜਾਣੇ ਅਣਜਾਣੇ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਪਿੱਛੇ ਪਰਿਵਾਰ ਦੇ ਜੀਆਂ ਨੂੰ ਭਾਣੇ ਅੰਦਰ ਰਹਿਣ ਦੀ ਸਮਰੱਥਾ ਬਖਸ਼ਿਸ਼ ਕਰਨੀ। ਪਰਿਵਾਰ ਵਿੱਚ ਸੁਖ ਸ਼ਾਂਤੀ ਜੀਆਂ ਨੂੰ ਤੰਦਰੁਸਤੀ ਦੇਹ ਰੋਗਤਾ ਚੜ੍ਹਦੀ ਕਲਾ ਦੇ ਜੀਵਨ ਬਖਸ਼ਿਸ਼ ਕਰਨੇ ਜੀ। ਪਾਵਨ ਖਜ਼ਾਨਿਆਂ ਵੱਲੋਂ ਬਖਸ਼ੀਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕਿਆ ਜੀ ਦਾ ਨਾਮ ਜਪੇ ਕਰੋ ਕਿਰਪਾ। ਪਾਵਨ ਹੁਕਮ ਬਖਸ਼ੋ ਸੰਤਾਂ ਨੂੰ ਕਿਰਤਾਰਥ ਕਰੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਦੇ ਮੇਰੇ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ
ਧਨਾਸਰੀ ਮਹੱਲਾ ਪੰਜਵਾਂ। ਛੜਾਏ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ। ਏਕ ਨਾਮ ਦਿਓ ਮਨ ਮੰਤਾ ਬਿਨਸਨਾ ਕਤਹੁ ਜਾਤ। ਛੜਾਏ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ। ਏਕ ਨਾਮ ਦਿਓ ਮਨ ਮੰਤਾ ਬਿਨਸਨਾ ਕਤਹੁ ਜਾਤ। ਸਤਿਗੁਰ ਪੂਰੈ ਕੀਨੀ ਦਾਤ। ਹਰ ਹਰ ਨਾਮ ਦਿਓ ਕੀਰਤਨ ਕਉ। ਭਈ ਹਮਾਰੀ ਗਾਤ ਰਹਾਉ। ਅੰਗੀਕਾਰ ਕੀਓ ਪ੍ਰਭ ਆਪਨੈ ਭਗਤਨ ਕੀ ਰਾਖੀ ਪਾਤ। ਨਾਨਕ ਚਰਨ ਗਏ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ। ਅੰਗੀਕਾਰ ਕੀਓ ਪ੍ਰਭ ਆਪਣਾ ਭਗਤਨ ਕੀ ਰਾਖੀ ਪਾਤ। ਨਾਨਕ ਚਰਨ ਗਏ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਪਵਿੱਤਰ ਧਰਤੀ ਤੇ ਗੁਰੂ ਚਰਨ ਛੋਹ ਪ੍ਰਾਪਤ ਇਸ ਧਰਤੀ ਤੇ ਗੁਰੂ ਰੂਪੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਭਾਈ ਸਾਹਿਬ ਵਿਰਾਗਮਈ ਕੀਰਤਨ ਕਰ ਰਹੇ ਸੀਗੇ, ਬਾਜਵਾ ਸਾਹਿਬ ਬਾਰੇ ਦੱਸ ਰਹੇ ਸੀਗੇ, ਸਾਡੇ ਇਹ ਮਹਿਬੂਬ ਦੋਸਤ ਡਾਕਟਰ ਜੀ.ਐਸ. ਬਾਜਵਾ 25 ਫਰਵਰੀ ਨੂੰ ਆਪਣੇ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਇਸ ਸੰਸਾਰ ਤੋਂ ਚੱਲ ਬਸੇ। ਗੁਰੂ ਗ੍ਰੰਥ ਸਾਹਿਬ ਗੁਰੂ ਜੀ ਦੇ ਚਰਨਾਂ ਵਿੱਚ ਜਾ ਬਰਾਜੇ। ਅਸੀਂ ਸਾਰੇ ਉਹਨਾਂ ਦੀ ਅੰਤਮ ਅਰਦਾਸ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ, ਉਹਨਾਂ ਦੇ ਦੋਸਤ ਮਿੱਤਰ, ਪਰਿਵਾਰ, ਰਿਸ਼ਤੇਦਾਰ, ਬਹੁਤ ਵੱਡਾ ਉਹਨਾਂ ਦਾ ਪਰਿਵਾਰ ਹੈ। ਕਿਉਂਕਿ 1977 ਦੇ ਵਿੱਚ ਬਹੁਤ ਹੀ ਯੰਗ ਏਜ ਦੇ ਵਿੱਚ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਨੂੰਨ ਵਿਭਾਗ ਵਿੱਚ ਆਪਣਾ ਅਧਿਆਪਨ ਕਾਰਜ ਸ਼ੁਰੂ ਕੀਤਾ ਸੀ। ਭਾਵੇਂ ਮੈਂ ਵੀ ਉਸ ਵੇਲੇ ਅਧਿਆਪਨ ਕਾਰਜ ਵਿੱਚ ਸੀ, ਪਰ ਯੂਨੀਵਰਸਿਟੀ ਮੈਂ 1986 ਵਿੱਚ ਜੁਆਇਨ ਕੀਤੀ ਤੇ ਉਸ ਤੋਂ ਬਾਅਦ ਲਗਾਤਾਰ ਬਾਜਵਾ ਸਾਹਿਬ ਨਾਲ ਕਿਸੇ ਨਾ ਕਿਸੇ ਰੂਪ ਵਾਹ ਵਾਸਤਾ ਪੈਂਦਾ ਰਿਹਾ। ਇੱਕ ਕੁਲੀਗ ਦੇ ਦੋਸਤ ਦੇ ਰੂਪ ਵਿੱਚ ਔਰ ਫਿਰ ਦੋਸਤ ਦੇ ਰੂਪ ਵਿੱਚ ਵੀ। ਔਰ ਅਸੀਂ ਅਕਸਰ ਹੀ ਯੂਨੀਵਰਸਿਟੀ ਵਿੱਚ ਵੀ, ਯੂਨੀਵਰਸਿਟੀ ਤੋਂ ਬਾਹਰ ਵੀ ਮਿਲਦੇ ਰਹਿੰਦੇ ਸਾਂ। ਹਮੇਸ਼ਾ ਹੀ ਉਹਨਾਂ ਨੂੰ ਇੱਕ ਬਹੁਤ ਵਧੀਆ ਕੁਲੀਗ ਦੇ ਰੂਪ ਵਿੱਚ, ਸਮਾਜਿਕ ਸਰੋਕਾਰਾਂ ਵਾਲੇ ਵਿਅਕਤੀ ਦੇ ਰੂਪ ਵਿੱਚ, ਸਮਾਜਿਕ ਸਰੋਕਾਰਾਂ ਬਾਰੇ ਚਿੰਤਾ
ਕਰਨ ਵਾਲੇ ਵਿਅਕਤੀ ਦੇ ਰੂਪ ਵਿੱਚ ਦੇਖਿਆ ਤੇ 1995 ਦੇ ਵਿੱਚ ਉਹਨਾਂ ਨੇ ਇੱਕ ਨਵੀਂ ਜ਼ਿੰਮੇਵਾਰੀ ਸੰਭਾਲੀ, ਜਿਹੜੇ ਬਹੁਤ ਹੀ ਜ਼ਿੰਮੇਵਾਰੀ ਵਾਲਾ ਕੰਮ ਸੀ। ਉਹ ਸੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕੈਂਪਸ ਸਥਿਤ IAS ਟ੍ਰੇਨਿੰਗ IAS ਅਲਾਈਡ ਟ੍ਰੇਨਿੰਗ ਸੈਂਟਰ ਦੇ ਉਹ ਡਾਇਰੈਕਟਰ ਦਾ ਅਹੁਦਾ ਉਹਨਾਂ ਨੇ ਸੰਭਾਲਿਆ ਤੇ 2011 ਤੱਕ ਆਪਣੀ ਰਿਟਾਇਰਮੈਂਟ ਤੱਕ ਉਹ ਉੱਥੇ ਸੇਵਾ ਨਿਭਾਉਂਦੇ ਰਹੇ। ਇਤਫਾਕ ਦੀ ਗੱਲ ਹੈ ਕਿ ਮੈਂ ਵੀ 2011 ਵਿੱਚ ਹੀ ਯੂਨੀਵਰਸਿਟੀ ਤੋਂ ਸੇਵਾ ਮੁਕਤ ਹੋਇਆ ਤੇ ਉਹ ਸਾਡੇ ਰਿਟਾਇਰਮੈਂਟ ਦਾ ਵੀ ਸਾਲ ਇੱਕੋ ਹੋਣ ਕਰਕੇ ਔਰ ਸੇਵਾ ਇਕੱਠੇ ਕਰਨ ਕਰਕੇ ਕਾਫੀ ਉਹਨਾਂ ਦੀ ਕੰਪਨੀ ਦਾ ਸੁਭਾਗ ਪ੍ਰਾਪਤ ਹੋਇਆ। ਯੂਨੀਵਰਸਿਟੀ ਦੇ IAS ਕੋਚਿੰਗ ਸੈਂਟਰ ਵੇਲੇ ਜੋ ਉਹਨਾਂ ਦਾ ਤਜਰਬਾ ਹਾਸਲ ਕੀਤਾ, ਜੋ ਸਮਾਜ ਸੇਵਾ ਕੀਤੀ ਵਿਦਿਆ ਦੇ ਨਾਲ ਨਾਲ, ਉਹਨਾਂ ਨੇ ਉਸ ਨੂੰ ਰਿਟਾਇਰਮੈਂਟ ਤੋਂ ਬਾਅਦ ਬਾਖੂਬੀ ਲੋਕ ਸੇਵਾ ਲਈ ਲਾਇਆ ਤੇ ਬਾਜਵਾ ਇੰਸਟੀਚਿਊਟ ਆਫ IAS ਐਂਡ ਅਲਾਈਡ ਕੋਚਿੰਗ ਸੈਂਟਰ ਜਿਹੜਾ ਉਹਨਾਂ ਨੇ ਸਥਾਪਿਤ ਕੀਤਾ, ਉਸ ਦੇ ਫਾਊਂਡਰ, ਪ੍ਰਮੋਟਰ, ਡਾਇਰੈਕਟਰ ਸਨ ਤੇ ਅਖੀਰ ਤੱਕ ਉਸ ਨਾਲ ਜੁੜੇ ਰਹੇ। ਔਰ ਇਸ ਸਮੇਂ ਦੌਰਾਨ ਉਹਨਾਂ ਨੇ ਦੇ ਕੋਲੋਂ ਕੋਚਿੰਗ ਲੈ ਕੇ ਕੋਈ 400 ਤੋਂ ਵੱਧ ਜੁਡੀਸ਼ੀਅਲ ਅਫੀਸਰਸ, 100 ਤੋਂ ਵੱਧ IAS ਅਲਾਈਡ ਸਰਵਿਸਿਜ਼ ਤੇ 100 ਤੋਂ ਵੱਧ ACS ਐਗਜ਼ੈਕਟਿਵ ਦੇ ਵਿੱਚ ਉਹਨਾਂ ਦੇ ਵਿਦਿਆਰਥੀ ਜਿਹੜੇ ਨੇ ਜਾਣ, ਉਹਨਾਂ ਦਾ ਯੋਗਦਾਨ ਹੈ ਬਾਜਵਾ ਸਾਹਿਬ ਦਾ। ਔਰ ਜਿੰਨਾ ਕਿ ਮੈਂ ਉਹਨਾਂ ਨੂੰ ਨੇੜੇ ਹੋ ਕੇ ਵੇਖਿਆ, ਮੈਂ ਵੀ ਅਰਬਨ ਸਟੇਟ 'ਚ ਰਹਿਣਾ, ਉਹਨਾਂ ਦੇ ਫੇਜ਼ 2 ਵਿੱਚ ਹੀ ਅਕਸਰ ਸੈਰ ਕਰਨ ਜਾਂਦੇ ਵੀ ਉਹ ਮਿਲ ਜਾਂਦੇ ਸੀ। ਉਹਨਾਂ ਦੇ ਮੈਡਮ ਵੀ ਮਿਸਿਸ ਬਾਜਵਾ ਵੀ ਸਾਡੇ ਕਲੀਗ ਰਹੇ ਨੇ। ਉਹ ਇੱਕ ਬਹੁਤ ਹੀ ਕੇਅਰਿੰਗ ਹਸਬੈਂਡ ਦੇ ਰੂਪ ਵਿੱਚ ਔਰ ਸਕਸੈਸਫੁਲ ਫਾਦਰ ਦੇ ਰੂਪ ਵਿੱਚ ਵਿਚਰੇ ਨੇ। ਤੇ ਮੈਂ ਜਿਸ ਦਿਨ ਪਿਛਲੇ 26 ਤਰੀਕ ਤੋਂ ਬਾਅਦ ਉਹਨਾਂ ਦੇ ਘਰ ਅਫਸੋਸ ਕਰਨ ਲਈ ਅਸੀਂ ਗਏ ਤਾਂ ਪਤਾ ਲੱਗਿਆ ਕਿ ਉਹ ਅਖੀਰ ਤੱਕ ਵੀ ਬੱਚਿਆਂ ਦੇ ਬਾਰੇ ਕਿੰਨਾ ਸੁਹਿਰਦ ਸਨ, ਕਿੰਨਾ ਚਿੰਤਾ ਤੋਂ ਰਹਿੰਦੇ ਸਨ। ਅਫਸੋਸ ਇਹ ਹੈ ਕਿ ਇੰਨੀ ਯੰਗ ਏਜ ਦੇ ਵਿੱਚ, ਯੰਗ ਏਜ ਕਰਕੇ ਮੈਂ ਕਹਿੰਦਾ ਕਿ ਲਾਈਫ ਐਕਸਪੈਕਟੈਂਸੀ ਹੁਣ ਬਹੁਤ ਵੱਧ ਗਈ ਹੈ। 71 ਸਾਲ ਦੀ ਏਜ ਅੱਜ ਕੱਲ੍ਹ ਕੋਈ ਏਜ ਨਹੀਂ ਹੈ। ਔਰ ਉਹਨਾਂ ਨੇ ਅਜੇ ਹੋਰ ਕਾਫੀ ਪ੍ਰੋਗਰਾਮ ਉਲੀਕੇ ਸੀ ਸਮਾਜਿਕ ਸਰੋਕਾਰ ਦੇ, ਪਰ ਉਹ ਕਹਿੰਦੇ ਨੇ ਨਾ ਕਿ ਜਿੱਤ ਦਿਹਾੜੇ ਧਨਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੋਹਤ ਖਾਲੇ ਆਏ। ਠੀਕ ਹੈ, ਜਾਣਾ ਤੇ ਸਭ ਨੇ ਇੱਕ ਦਿਨ, ਪਰ ਜਿਸ ਕਿਸਮ ਦੀ ਭੂਮਿਕਾ, ਜਿਸ ਸਨਾਮਤੀ ਭੂਮਿਕਾ ਨਾਲ ਉਹ ਇੱਥੋਂ ਗਏ ਨੇ, ਉਹ ਸਾਡੇ ਵਿੱਚ ਹਮੇਸ਼ਾ ਕਿਸੇ ਨਾ ਕਿਸੇ ਰੂਪ ਵਿੱਚ ਜਿਉਂਦੇ ਰਹਿਣਗੇ। ਕਿਉਂਕਿ ਅਕਸਰ ਇਹ ਕਿਹਾ ਜਾਂਦਾ, ਸੁਲਤਾਨ ਬਾਹੂ ਦਾ ਇੱਕ ਸ਼ੇਰ ਹੈ, ਜਿਉਣ ਕਬੂਲ ਉਹਨਾਂ ਦਾ ਬਾਹੂ, ਜਿਉਣ ਕਬੂਲ ਉਹਨਾਂ ਦਾ ਬਾਹੂ, ਕਬਰ ਜਿਨ੍ਹਾਂ ਦੀ ਜੀਵੇ ਹੋ। ਸੋ ਦੋਸਤੋ, ਬਾਜਵਾ ਸਾਹਿਬ ਦਾ ਜਿਉਣਾ ਜਿਹੜਾ ਇਸ ਲਈ ਵੀ ਕਬੂਲ ਹੈ ਕਿ ਉਹਨਾਂ ਦੀ ਮਰਨ ਉਪਰੰਤ ਵੀ ਉਹ ਜਿਉਂਦੇ ਨੇ ਆਪਣੇ ਸਟੂਡੈਂਟਸ ਦੇ ਰੂਪ 'ਚ, ਬੱਚਿਆਂ ਦੇ ਰੂਪ 'ਚ। ਔਰ ਜਦੋਂ ਮੈਂ ਕਹਿ ਰਿਹਾ ਸੀ ਉਹ ਬਹੁਤ ਹੀ ਸਕਸੈਸਫੁਲ ਫਾਦਰ ਦੇ ਰੂਪ ਵਿੱਚ ਵਿਚਰੇ ਨੇ, ਤਾਂ ਇਹ ਵੀ ਹੈ ਕਿ ਇਹ ਸਾਰਾ ਕੁਝ ਉਹਨਾਂ ਦੇ ਬੱਚਿਆਂ ਦੇ ਕਰੀਅਰ ਰਾਹੀਂ ਰਿਫਲੈਕਟ ਹੁੰਦਾ। ਤੇ ਉਹ ਕੋਚਿੰਗ ਸੈਂਟਰ ਜਿਹੜਾ ਬਾਜਵਾ ਸਾਹਿਬ ਨੇ ਸਥਾਪਿਤ ਕੀਤਾ ਸੀ, ਉਹਨਾਂ ਦੀ ਬੇਟੀ ਭਲੀ ਭਾਂਤ
ਉਹ ਜ਼ਿੰਮੇਵਾਰੀ ਨਿਭਾ ਰਹੀ ਹੈ। ਸੋ ਮੈਂ ਤੁਹਾਡਾ ਬਹੁਤਾ ਟਾਈਮ ਨਾ ਲੈਂਦਾ ਹੋਇਆ ਅਖੀਰ ਵਿੱਚ ਆਪਾਂ ਪਹਿਲਾਂ ਅਰਦਾਸ ਕੀਤੀ ਹੈ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਪਵਿੱਤਰ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਿੱਛੋਂ ਪਰਿਵਾਰ ਨੂੰ, ਦੋਸਤਾਂ ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ, ਖਾਸ ਕਰਕੇ ਸਾਡੇ ਭੈਣ ਜੀ ਮਿਸਿਸ ਬਾਜਵਾ ਜੀ ਨੂੰ ਤੇ ਬੱਚਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਹਨਾਂ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੀ ਮਹਾਨ ਹਸਤੀਆਂ, ਸਾਧ ਸੰਗਤ ਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਨੀ ਵੱਡੀ ਭਾਰੀ ਸਭਾ ਦੇ ਵਿੱਚ ਆਪਾਂ ਸਾਰਿਆਂ ਨੇ ਰਲ ਕੇ ਪ੍ਰੋਫੈਸਰ ਸਾਹਿਬ ਦੀ ਇੱਕ ਅਰਦਾਸ ਕਰਨੀ ਹੈ। ਜਿੱਦਾਂ ਕਿ ਘੁੰਮਣ ਸਾਹਿਬ ਨੇ ਪ੍ਰੋਫੈਸਰ ਸਾਹਿਬ ਦੀ ਜੀਵਨੀ ਬਾਰੇ ਬਹੁਤ ਕੁਝ ਦੱਸਿਆ, ਲੇਕਿਨ ਅਰਦਾਸ ਤੋਂ ਪਹਿਲਾਂ ਮੈਂ ਪ੍ਰੋਫੈਸਰ ਸਾਹਿਬ ਦੀ ਇੱਕ ਛੋਟਾ ਜਿਹਾ ਇੰਸੀਡੈਂਟ ਮੈਂ ਆਪ ਜੀ ਸਭ ਨਾਲ ਸਾਂਝਾ ਕਰਨਾ ਚਾਹੁੰਦਾ। ਗੱਲ 1981-82 ਦੀ, ਜਦੋਂ ਅਸੀਂ ਉਹਨਾਂ ਦੇ ਸਟੂਡੈਂਟ ਹੁੰਦੇ ਸੀਗੇ। ਪ੍ਰੋਫੈਸਰ ਸਾਹਿਬ ਸਾਡੇ ਹੋਸਟਲ ਦੇ ਵਾਰਡਨ ਹੁੰਦੇ ਸੀਗੇ। ਅਸੀਂ ਇੱਕ ਦਿਨ ਭੰਗ ਦੇ ਪਕੌੜੇ ਮੈਸ ਦੇ ਵਿੱਚ ਬਣਾ ਕੇ ਖਾ ਲਏ। ਲੰਚ ਸਾਡਾ ਸਕਿਪ ਹੋ ਗਿਆ। ਸਾਨੂੰ ਨਹੀਂ ਸੀ ਪਤਾ ਹੁੰਦਾ ਕਿ ਇਹ ਕਿੰਨੇ ਕੁ ਖਾਈਦੇ ਆ। 4-5 ਦੋਸਤਾਂ ਨੇ ਰਲ ਕੇ ਮੈਸ ਵਿੱਚ ਬਣਾ ਕੇ ਖਾਏ। ਸੌਂਫ ਤੇ ਖੰਡ ਦੇ ਫੱਕੇ ਵੀ ਮਾਰ ਲਏ। ਸਾਨੂੰ ਰਜਿੰਦਰਾ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਗਿਆ। ਅਸੀਂ ਜਦੋਂ ਰਾਤ ਨੂੰ ਠੀਕ ਹੋਏ 2-3 ਵਜੇ ਹਸਪੀਟਲ ਚੋਂ ਭੱਜੇ ਔਰ ਆਪਣੇ ਆਪਣੇ ਕਮਰਿਆਂ 'ਚ ਆ ਕੇ ਸੌਂ ਗਏ। ਹਸਪੀਟਲ ਦੇ ਵਿੱਚੋਂ ਨਿਊਜ਼ ਆਈ, ਡਰੱਗ ਪੇਸ਼ੈਂਟਸ ਡਿਸਅਪੀਅਰਡ। ਪ੍ਰੋਫੈਸਰ ਸਾਹਿਬ ਕੋਲ ਇਹ ਗੱਲ ਪਹੁੰਚੀ, ਵਾਈਸ ਚਾਂਸਲਰ ਸਾਹਿਬ ਕੋਲ ਇਹ ਗੱਲ ਪਹੁੰਚੀ। ਸਾਡੇ ਤੇ ਡਿਸਪਲਿਨਰੀ ਐਕਸ਼ਨ ਦਾ ਨੋਟਿਸ ਜਾਰੀ ਹੋ ਗਿਆ। ਐਨੀ ਹਾਊ ਸ਼ਾਰਟਲੀ ਗੱਲ ਕਰਦੇ, ਪ੍ਰੋਫੈਸਰ ਸਾਹਿਬ ਨੇ ਵਾਈਸ ਚਾਂਸਲਰ ਸਾਹਿਬ ਕੋਲ ਜਾ ਕੇ ਕਿਹਾ ਵੀ ਇਹ ਬੱਚੇ ਮੇਰੇ हैं, ये स्टूडेंट जो हैं मेरे हैं, मैं इन्हां दा जिम्मेदार हाँ। इन्हां नूं तुसीं शक्लां देख लो, ये वो नहीं है, सपोर्ट्समैन है। सो वाइस चांसलर साहब ने प्रोफेसर साहब वाल देखा और देखते ही फोन चुकया डीन साहब को कि ये स्टूडेंट जोड़े हैं प्रोफैसर GS बाजवा दे हैं, इन्हों का जोड़ा डिसिप्लिनरी एक्शन नोटिस है वो रद्द कर दो। उस टाइम ही साडा नोटिस रद्द हो गया और प्रोफेसर साहब के असी वार्डन, साडे वार्डन सीगे, उन्होंने घर गए, सारी गलबात दसी। कर एनी हाउ उन्होंने याद, मिठी याद साडे दिलों के विच हमेशा बनी रही है और आम गल भी होंदी रहिंदी सी मेरी उन्होंने नाल। साडा 83 बैच का एक लॉ ग्रुप बनया होया, ਉਹਦੇ ਵਿੱਚ जिन्ने भी असी स्टूडेंट्स अपने अपने अजकल अहुदਿਆਂ ਤੇ हैं, ਅਸੀਂ ਉਹਨਾਂ ਨੂੰ याद करते रहते सी। मेरी थोड़ी देर पहले गल भी हुई सी कि उन्होंने बेटे जज साहब लगे हैं लुधियाने। मैं उन्होंने कहा भी चलो जो तुसी लुधियाने
ਆਓਗੇ ਤਾਂ ਮੇਰੇ ਕੋਲੇ ਜ਼ਰੂਰ ਰਹਿ ਕੇ ਜਾਓਗੇ। ਐਨੀ ਹਾਊ ਅਸੀਂ ਸਾਰਿਆਂ ਨੇ ਰਲ ਕੇ ਇੱਕ ਅਰਦਾਸ ਕਰਨੀ ਹੈ। ਇਸ ਭਾਰੀ ਸਭਾ ਦੇ ਵਿੱਚ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਸਾਰੇ ਦੇਵੀ ਦੇਵਤੇ ਮੌਜੂਦ ਹੈ। ਗੁਰੂ ਮਹਾਰਾਜ ਮੌਜੂਦ ਨੇ, ਆਪਾਂ ਨੂੰ ਦੇਖ ਰਹੇ ਨੇ। ਅਸੀਂ ਇਹ ਅਰਦਾਸ ਕਰਨੀ ਹੈ ਕਿ ਆਉਣ ਵਾਲੇ ਸਮੇਂ ਲਈ ਸਾਨੂੰ ਪ੍ਰੋਫੈਸਰ ਸਾਹਿਬ ਦੀ ਬਹੁਤ ਜ਼ਰੂਰਤ ਹੈ। ਅਸੀਂ ਉਹਨਾਂ ਦੇ ਪੁਨਰ ਜਨਮ ਲਈ ਅਰਦਾਸ ਕਰਨੀ ਹੈ। We have to pray for the rebirth of Professor G.S. Bajwa. So आओ 1 minute ले please, just for 1 minute, we will pray for the Almighty, to the Almighty के प्रोफेसर साहब का रीबर्थ बाजवा फैमिली च होना चाहिए। वाहिगुरु सच्चे पातशाह साडी अरदास जाया नहीं जाऊगी। लेट अस प्रे फॉर 1 minute only please। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਧ ਸੰਗਤ ਜੀਓ, ਸਮੁੱਚੀਆਂ ਸੰਗਤਾਂ ਦਾ ਬਾਜਵਾ ਪਰਿਵਾਰ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ। ਆਪ ਜੀ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਏ ਹੋ, ਦੁੱਖ ਵੰਡਾਇਆ, ਦੁੱਖ ਸਾਂਝਾ ਕੀਤਾ ਹੈ।